अपना $100 उन्होंने बोला सी कि $100 ਤੁਹਾਨੂੰ ਦੇਣਾ ਪਏਗਾ। ਅੱਛਾ ਹਾਂਜੀ, ਫਿਰ ਉਸ ਤੋਂ ਬਾਅਦ ਉਹਨਾਂ ਨੇ ਬੋਲਿਆ ਕਿ ਹੁਣ ਸਾਨੂੰ $150 ਮਤਲਬ ਇਨਕਰੀਜ਼ ਕੀਤਾ ਉਹਨਾਂ ਨੇ। ਫਿਰ ਸਾਰੇ ਬੱਚਿਆਂ ਕੋਲ ਸੀਗੇ ਪੈਸੇ ਜਿਹੜੇ ਆ? ਨਹੀਂ ਸਰ, ਮੋਸਟ ਆਫ ਥੋੜੇ ਬੱਚੇ ਸੀਗੇ ਜਿਹੜੇ ਉਹਨਾਂ ਕੋਲ ਨਹੀਂ ਸੀ ਪੈਸੇ, ਫਿਰ ਉਹ ਨਹੀਂ ਆਏ, ਉਹਨਾਂ ਨੂੰ ਉਤਰਨਾ ਪਿਆ, ਉੱਥੇ ਰਹਿ ਗਏ। ਹਾਂਜੀ, ਤੁਸੀਂ ਮਤਲਬ ਪੈਸੇ ਦੇ ਕੇ ਮਤਲਬ $150 ਤੁਸੀਂ ਬਸ ਦਿੱਤਾ? ਹਾਂਜੀ। ਤੇ ਉਹਦੇ ਲਈ ਤੁਹਾਡੀ ਉੱਥੇ ਦੀ ਗਵਰਨਮੈਂਟ ਨੇ ਜਾਂ ਇੰਡੀਅਨ ਐਮਬੈਸੀ ਵੱਲੋਂ ਕੋਈ ਮਦਦ? ਨਹੀਂ ਸਰ, ਉਹਨਾਂ ਨੇ ਸਾਫ਼ ਬੋਲਤਾ ਸੀ ਅਗਰ ਤੁਸੀਂ ਬਾਰਡਰਸ ਤੇ ਪਹੁੰਚ ਜਾਓਗੇ ਤੇ ਤੁਹਾਨੂੰ ਇੱਧਰੋਂ ਰੈਸਕਿਊ ਕਰ ਸਕਦੇ ਹਾਂ, ਪਰ ਅੰਦਰ ਨਹੀਂ ਜਾ ਸਕਦੇ ਹਾਂ ਅਸੀਂ। ਸੀਨੀਅਰਸ ਨੇ ਪਹਿਲਾਂ ਹੀ ਬੋਲਿਆ ਸੀ ਕਿ ਤੁਸੀਂ ਆਪਣੇ ਰਿਸਕ ਤੇ ਜਾ ਰਹੇ ਹੋ, ਅਗਰ ਤੁਹਾਨੂੰ ਰਸਤੇ 'ਚ ਕੁਝ ਵੀ ਹੋਏਗਾ ਫਿਰ ਵੀ ਆਰ ਨੋਟ ਰਿਸਪੌਂਸੀਬਲ। ਰਿਜ਼ਰਵੇਸ਼ਨਸ ਹੁੰਦੀਆਂ ਫਸਟ ਆਫ ਆਲ। ਅਤੇ ਦੂਸਰਾ ਪੁਆਇੰਟ ਹੈ ਕਿ ਜਿਹੜਾ ਅਗਰ ਅਸੀਂ ਪ੍ਰਾਈਵੇਟ 'ਚ ਵੀ ਕਰਨਾ, ਬਿਕੋਜ਼ ਉੱਥੇ ਵੀ ਅਸੀਂ ਪ੍ਰਾਈਵੇਟ ਯੂਨੀਵਰਸਿਟੀ 'ਚ ਹੀ ਪੜ੍ਹ ਰਹੇ ਹਾਂ, ਪਰ ਜੋ ਉੱਥੇ ਦਾ ਐਕਸਪੈਂਸ ਹੈ ਅਤੇ ਇੱਥੇ ਦਾ ਐਕਸਪੈਂਸ ਹੈ ਉਸ 'ਚ ਬਹੁਤ ਡਿਫਰੈਂਟ ਹੈ। ਅਤੇ ਮੈਂ ਇਹੀ ਅਪੀਲ ਕਰ ਰਹੀ ਹਾਂ ਕਿ ਅਗਰ ਪੋਸੀਬਲ ਹੋਵੇ ਸਾਡੀ, ਅਗਰ ਉਸ ਯੂਨੀਵਰਸਿਟੀ ਤੋਂ ਸਾਨੂੰ ਡਿਗਰੀ ਮਿਲ ਸਕਦੀ ਤਾਂ ਪਲੀਜ਼ ਔਨਲਾਈਨ ਕੰਡਕਟ ਕਰਾਈ ਜਾਵੇ ਸਾਡੀਆਂ ਡਿਗਰੀਜ਼, ਸਾਨੂੰ ਔਨਲਾਈਨ ਕਲਾਸਿਸ ਦਿੱਤੀਆਂ ਜਾਣ। ਅਗਰ ਨਹੀਂ ਪੋਸੀਬਲ ਤਾਂ ਪਲੀਜ਼ ਗਵਰਨਮੈਂਟ ਸਾਨੂੰ ਇੰਡੀਆ 'ਚ ਮਤਲਬ ਕੁਝ ਐਵੇਂ ਦਾ ਸਿਸਟਮ ਹੋਵੇ ਕਿ ਅਸੀਂ ਇੱਥੇ ਕਾਲਜਿਸ ਜਾਂ ਫਿਰ ਇੱਥੇ ਵੀ ਔਨਲਾਈਨ ਸਟੱਡੀਜ਼ ਕਰ ਸਕੀਏ ਅਤੇ ਸਾਨੂੰ ਡਿਗਰੀ ਮਿਲੇ। ਮੈਂ ਇਹ ਸੋਚਦਾ ਵੀ ਮਹਾਰਾਜ ਨੇ ਸਾਨੂੰ ਕਿਹਾ ਵੀ ਜ਼ਿਆਦਾ ਖੁਸ਼ੀ 'ਚ ਵੀ ਨਹੀਂ ਜਾਓ ਅਤੇ ਜ਼ਿਆਦਾ ਗਮੀ ਵਿੱਚ ਨਹੀਂ ਜਾਓ। ਖੁਸ਼ੀ ਮੈਨੂੰ ਹੈਗੀ ਹੈ ਪਰ ਇੰਨੀ ਨਹੀਂ ਹੈ। ਖੁਸ਼ੀ ਮੈਨੂੰ ਉਦੋਂ ਹੋਣੀ ਜਦੋਂ ਸਾਰੇ ਇੰਡੀਆ ਦੇ ਬੱਚੇ ਆ ਜਿਹੜੇ ਆਪਣੇ ਆਪਣੇ ਘਰੇ ਪਹੁੰਚ ਜਾਣ, ਆਪਣੇ ਆਪਣੇ ਮਾਂ ਪਿਓ ਨੂੰ ਮਿਲਣ। ਰੂਸ ਤੇ ਯੂਕਰੇਨ ਦੇ ਵਿਚਕਾਰ ਜਿਹੜੀ ਜੰਗ ਛਿੜੀ ਹੈ ਉਸ ਨੂੰ ਲੈ ਕੇ ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਕਿ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਹੈ, ਉਹ ਬੜੇ ਪਰੇਸ਼ਾਨ ਹੋ ਰਹੇ ਹੈ। ਔਰ ਉਹਨਾਂ 'ਚ ਬਹੁਤ ਸਾਰੇ ਜਿਹੜੇ ਪਰਿਵਾਰ ਹੈ ਇੰਡੀਆ ਦੇ, ਖਾਸ ਕਰਕੇ ਪੰਜਾਬ ਦੇ, ਉਹ ਆਪਣੇ ਪੇਰੈਂਟਸ ਜਿਹੜੇ ਆ ਬੜੇ ਚਿੰਤਤ ਹੈ ਆਪਣੇ ਬੱਚਿਆਂ ਨੂੰ ਲੈ ਕੇ। ਸੋ ਉਹਨਾਂ ਨੂੰ ਖਾਸਾ ਹੈ ਕਿ ਉਹਨਾਂ ਦੇ ਬੱਚਿਆਂ ਨਾਲ ਕੀ ਵਾਪਰ ਰਿਹਾ। ਪਰ ਕੁਝ ਵਿਦਿਆਰਥੀ ਜਿਹੜੇ ਆ ਭਾਰਤ ਸਰਕਾਰ ਦੇ ਯਤਨਾਂ ਨਾਲ ਉਹ ਇੰਡੀਆ ਵਾਪਸ ਆ ਗਏ। ਉਹਨਾਂ ਦੇ ਵਿੱਚ ਰੂਪਨਗਰ ਜ਼ਿਲ੍ਹੇ ਤੋਂ ਇੱਕ ਲੜਕੀ ਸਿਮਰਨਜੀਤ ਕੌਰ, ਜਿਹੜੀ ਕਿ ਨੂਰਪੁਰ ਬੇਦੀ ਬਲਾਕ ਦੇ ਪਿੰਡ ਜੱਟਪੁਰ ਨਾਲ ਸੰਬੰਧਿਤ ਹੈ। ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ। ਸੋ ਸਿਮਰਨਜੀਤ ਕਿਸ ਤਰ੍ਹਾਂ ਵਾਪਸ ਆਈ, ਕਿਸ ਤਰ੍ਹਾਂ ਉਸਨੇ ਆਪਣਾ ਜਿਹੜਾ ਇਹ ਸਮਾਂ ਸੀਗਾ ਜਦੋਂ ਉੱਥੇ ਸੰਕਟ ਆਇਆ, ਉਹਦੇ 'ਚ ਕੀ ਕੀ ਉਹਨੂੰ ਸਾਹਮਣਾ ਕਰਨਾ ਪਿਆ, ਉਹਦੇ ਨਾਲ ਅਸੀਂ ਚਰਚਾ ਕਰਾਂਗੇ। ਸੋ ਸਿਮਰਨ, ਪਹਿਲਾਂ ਤਾਂ ਤੁਹਾਡਾ ਅਜੀਤ ਵੈਬ TV ਸਵਾਗਤ। ਥੈਂਕ ਯੂ ਸਰ। ਸੋ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਉੱਥੇ ਗਏ। ਸਭ ਤੋਂ ਪਹਿਲਾਂ ਤਾਂ ਕਦੋਂ ਤੁਸੀਂ ਉੱਥੇ ਗਏ ਸੀ ਔਰ ਕੀ ਕਰਨ ਗਏ ਸੀ? ਸਰ ਮੈਂ 2017 'ਚ ਯੂਕਰੇਨ ਗਈ ਸੀ MBBS ਕਰਨ ਲਈ ਜੀ। ਅਤੇ ਕਿੱਥੇ, ਕਿਹੜੀ ਜਗ੍ਹਾ ਉੱਥੇ ਤੁਸੀਂ ਗਏ? ਮੈਂ ਸਰ ਉੱਥੇ ਓਡੇਸਾ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਪੜ੍ਹਦੀ ਸੀ। ਸੋ ਤੁਸੀਂ, ਜਿਵੇਂ ਆਪਾਂ ਦੇਖਦੇ ਹਾਂ ਕਿ ਉੱਥੇ ਇੱਕਦਮ ਜਿਹੜਾ ਹੈਗਾ ਇਹ ਸੰਕਟ ਆ ਗਿਆ, ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਪੈਦਾ ਹੋ ਗਿਆ। ਔਰ ਤੁਹਾਡੀ ਯੂਨੀਵਰਸਿਟੀ ਜਿਹੜੀ ਹੈ ਜਾਂ ਤੁਹਾਡਾ ਮੈਡੀਕਲ ਕਾਲਜ ਹੈ, ਉੱਥੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਦੋਨੇ ਦੇਸ਼ ਜਿਹੜੇ ਆ ਉਹ ਜੰਗ ਦੀ ਕਗਾਰ 'ਤੇ ਆ ਗਏ? ਸਰ ਵੈਸੇ ਸਾਨੂੰ 15 ਫੈਬ ਤੋਂ ਪਤਾ ਚੱਲ ਗਿਆ ਸੀ ਕਿ ਅਟੈਕ ਹੋ ਰਿਹਾ, ਰਸ਼ੀਆ ਵੱਲੋਂ ਅਟੈਕ ਦੀ ਯੂਕਰੇਨ। ਬਟ ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਨਿਊਜ਼ ਫੇਕ ਹੈ ਜਾਂ ਟਰੂ ਹੈ। ਤੋਂ ਅਸੀਂ ਵੇਟ ਕਰ ਰਹੇ ਸੀ ਕਿ ਅੰਬੈਸੀ ਸਾਨੂੰ ਕੁਝ ਕਨਫਰਮ ਦੱਸੇ ਕਿ ਹਾਂ ਤੁਸੀਂ ਇੰਡੀਆ ਵਾਪਸ ਆ ਜਾਓ, ਜਾਂ ਫਿਰ ਸਾਡੀ ਯੂਨੀਵਰਸਿਟੀ ਸਾਨੂੰ ਬੋਲੇ ਕਿ ਤੁਹਾਡੀ ਔਨਲਾਈਨ ਕਲਾਸਿਸ ਹੈ ਸੋ ਤੁਸੀਂ ਆਪਣੀ ਇੰਡੀਆ ਵਾਪਸ ਜਾ ਸਕਦੇ ਹੋ। ਅਤੇ ਸਾਨੂੰ ਮਤਲਬ ਮਿਡ ਆਫ ਦੀ ਫੈਬ ਪਤਾ ਚੱਲ ਗਿਆ ਸੀ ਕਿ ਹੋ ਰਿਹਾ ਹੈ ਕੁਝ, ਪਰ ਕਨਫਰਮ ਨਹੀਂ ਸੀ। ਤੁਹਾਡੀ ਯੂਨੀਵਰਸਿਟੀ ਵੱਲੋਂ ਤੁਹਾਨੂੰ ਦੱਸਿਆ ਗਿਆ, ਕੋਈ ਸੂਚਿਤ ਕੀਤਾ? ਨਹੀਂ ਸਰ, ਯੂਨੀਵਰਸਿਟੀ ਨੇ ਕੁਝ ਨਹੀਂ ਬੋਲਿਆ ਸੀ। ਅਤੇ ਤੁਸੀਂ ਉਸ ਦਿਨ ਤੱਕ ਆਪਣੀ ਜਿਹੜੀ ਪੜ੍ਹਾਈ ਆਮ ਵਾਂਗ ਚੱਲਦੀ ਰਹੀ? ਹਾਂਜੀ, ਨੋਰਮਲੀ ਸਾਡੀ ਔਨਲਾਈਨ ਕਲਾਸਿਸ ਚੱਲ ਰਹੀਆਂ ਸੀ ਅਤੇ ਅਸੀਂ ਕਲਾਸਿਸ ਅਟੈਂਡ ਕਰਦੇ ਸੀ। ਆਫਲਾਈਨ ਕਲਾਸਾਂ ਨਹੀਂ ਸੀਗੀਆਂ? ਨਹੀਂ ਸਰ, ਔਨਲਾਈਨ। ਉਹਨਾਂ ਨੇ ਸਾਡੀ 25 ਤੱਕ ਔਨਲਾਈਨ ਕਲਾਸਿਸ ਰੱਖੀਆਂ ਸੀ ਅਤੇ ਉਹਨਾਂ ਨੇ ਬੋਲਿਆ ਸੀ ਕਿ ਅਗਰ ਕੋਈ ਪ੍ਰੋਬਲਮ ਹੋਈ ਜਾਂ ਬਿਲਕੁਲ ਠੀਕ ਹੋਇਆ ਤਾਂ ਸਾਡੀ ਆਫਲਾਈਨ ਕਲਾਸਿਸ ਸਟਾਰਟ ਹੋ ਸਕਦੀਆਂ ਹੈ ਆਫਟਰ 25। ਅਤੇ ਤੁਹਾਨੂੰ ਐਗਜ਼ੈਕਟ ਕਿਸ ਤਰੀਕ ਨੂੰ ਪਤਾ ਲੱਗਿਆ ਵੀ ਜੰਗ ਜਿਹੜੀ ਛਿੜ ਗਈ ਹੈ ਔਰ ਸਾਨੂੰ ਇੱਥੋਂ ਜਾਣਾ ਪੈਣਾ? ਐਗਜ਼ੈਕਟ 24 ਨੂੰ ਸਵੇਰੇ ਸਾਡੇ ਫਰੈਂਡਸ ਦਾ ਫੋਨ ਆਇਆ ਸਾਨੂੰ ਕਿ ਨੀਅਰ ਬਾਏ ਓਡੇਸਾ ਦੇਰ ਇਜ਼ ਅ ਅਟੈਕ, ਸੋ ਵੀ ਨੀਡ ਟੂ ਮੂਵ। ਸੋ ਉਹ ਵੀ ਮਤਲਬ ਅਸੀਂ ਸਾਰਿਆਂ ਨੇ ਆਪਣੇ ਡਾਕੂਮੈਂਟਸ ਵਗੈਰਾ ਜੋ ਵੀ ਸੀ, ਖਾਣੇ ਦਾ ਸਮਾਨ ਸਾਰਾ ਕੁਝ ਪੈਕ ਕਰਕੇ ਰੱਖ ਲਿਆ। ਫਿਰ ਮੈਂ ਬੋਲਿਆ ਕਿ ਜਦੋਂ ਵੀ ਇੰਡੀਅਨ ਐਮਬੈਸੀ ਸਾਨੂੰ ਬੋਲੇਗੀ ਅਸੀਂ ਯੂਕਰੇਨ ਤੋਂ ਆਪਣੀ ਸਟੇਟ ਜਿਹੜੀ ਸਿਟੀ ਸੀ ਓਡੇਸਾ ਤੋਂ ਉੱਥੋਂ ਮੂਵ ਕਰਨਾ ਹੈ। ਜਦੋਂ ਉਹ ਬੋਲਣਗੇ ਮੇ ਬੀ ਉਹ ਸਾਨੂੰ ਕੁਝ ਪ੍ਰੋਵਾਈਡ ਕਰਨ, ਕਿਉਂਕਿ ਸਾਨੂੰ ਆਈਡੀਆ ਨਹੀਂ ਸੀ ਕਿੱਥੇ ਜਾਣਾ, ਕਿਵੇਂ ਜਾਣਾ ਹੈ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਜਦੋਂ ਪਤਾ ਨਹੀਂ ਲੱਗ ਰਿਹਾ ਸੀ ਕੁਝ ਵੀ, ਅਤੇ ਇੰਡੀਅਨ ਐਮਬੈਸੀ ਦੇ ਨਾਲ ਤੁਹਾਡਾ ਸੰਪਰਕ ਹੋਇਆ ਉੱਥੇ? ਹਾਂਜੀ ਸਰ, ਜਿਹੜੇ ਵਲੰਟੀਅਰਸ ਸੀ ਸਾਡੇ ਸੀਨੀਅਰਸ, ਜੋ ਗਰੁੱਪਸ ਬਣੇ ਹੋਏ ਸੀ, ਉਹਨਾਂ 'ਚ ਇੰਡੀਅਨ ਐਮਬੈਸੀ ਦੀ ਜੋ ਐਡਵਾਈਜ਼ਰੀ ਸੀ ਉਹ ਹਮੇਸ਼ਾ ਉਹ ਸਾਨੂੰ ਅਪਡੇਟ ਕਰਦੇ ਸੀ। WhatsApp 'ਤੇ ਤੁਸੀਂ ਉਹਨਾਂ ਦੇ ਨਾਲ? ਹਾਂਜੀ, WhatsApp, ਟੈਲੀਗ੍ਰਾਮ, ਜੋ ਵੀ ਗਰੁੱਪਸ ਸੀ ਸਾਡੇ। ਅਤੇ ਫਿਰ ਜਦੋਂ ਉੱਥੇ ਇਹ ਸ਼ੁਰੂ ਹੋਇਆ ਅਤੇ ਤੁਸੀਂ ਕਿਸ ਤਰੀਕ ਨੂੰ ਜਿਹੜਾ ਛੱਡਿਆ ਆਪਣਾ ਕਾਲਜ? ਅਸੀਂ 26 ਨੂੰ ਸਵੇਰੇ। ਹਾਂਜੀ, ਸਵੇਰ ਵੇਲੇ। ਹਾਂਜੀ।
ਤੇ ਉਹਦੇ 'ਚ ਜਦੋਂ ਉੱਥੋਂ ਤੁਸੀਂ ਗਏ ਆ, ਤੁਸੀਂ ਕੀ ਸੋਚ ਕੇ ਗਏ ਆਪਾਂ ਕਿੱਥੇ ਜਾਣਾ, ਸਾਡਾ ਅੱਗੇ ਭਵਿੱਖ ਕੀ ਹੋਏਗਾ, ਕੀ ਅਸੀਂ ਇੰਡੀਆ ਵਾਪਸ ਜਾ ਸਕਾਂਗੇ ਜਾਂ ਨਹੀਂ? ਸੋ ਉਹਦੇ ਲਈ ਤੁਸੀਂ ਕਿਸ ਤਰ੍ਹਾਂ ਪਲਾਨ ਕੀਤਾ, ਜਾਂ ਮਨ ਵਿੱਚ ਕਿਸ ਤਰ੍ਹਾਂ ਦੇ ਤੁਹਾਡੇ ਹਾਵ ਭਾਵ ਸੀ ਜਾਂ ਡਰ ਸੀ ਇੱਕ ਵੀ ਆਪਾਂ ਕਿੱਥੇ ਜਾਵਾਂਗੇ? ਦੇਖੋ ਜਦੋਂ ਮਤਲਬ 24 ਤੋਂ 25 ਅਸੀਂ ਪੂਰਾ ਦਿਨ ਵੇਟ ਕਰਦੇ ਸੀ ਕਿ ਇੰਡੀਅਨ ਐਮਬੈਸੀ ਕੁਝ ਦੱਸੇਗੀ ਤੇ ਅਸੀਂ ਕਿਵੇਂ ਜਾਣਾ ਹੈ। ਪਰ ਜਦੋਂ ਸਾਨੂੰ 25 ਤੱਕ ਕੁਝ ਉਹਨਾਂ ਨੇ ਨਹੀਂ ਬੋਲਿਆ, ਫਿਰ ਸਾਡੇ ਸੀਨੀਅਰਸ ਨਾਲ ਗੱਲਬਾਤ ਹੋਈ। ਉਹਨਾਂ ਨੇ ਬੋਲਿਆ ਕਿ ਸਾਨੂੰ ਖੁਦ ਇੱਥੋਂ ਰੋਮੇਨੀਆ ਬਾਰਡਰ ਜਾਂ ਕਿਸੇ ਵੀ ਬਾਰਡਰ ਤੇ ਪਹੁੰਚਣਾ ਪਏਗਾ, ਬਿਕੋਜ਼ ਉੱਥੇ 에ਅਰਲਾਈਨਸ ਸਾਨੂੰ ਪ੍ਰੋਵਾਈਡ ਹੋਣਗੀਆਂ, ਪਰ ਇੱਥੇ ਅੰਦਰ ਸਾਨੂੰ ਕੋਈ ਆਏਗਾ ਨਹੀਂ ਲੈਣ ਵਾਸਤੇ। ਸੋ ਵੀ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਕਿ ਸਾਨੂੰ ਬੱਸਿਸ ਵਗੈਰਾ ਜੋ ਵੀ ਅਸੀਂ ਅਰੇਂਜ ਕਰਾਉਂਦੇ ਹਾਂ ਤੇ ਉਹਦੇ ਥਰੂ ਜਾਂਦੇ ਹਾਂ। ਫਿਰ ਉਹਨਾਂ ਨੇ ਅਸੀਂ ਖੁਦ ਐਕਸਪੈਂਸ ਆਪਾਂ ਪੈਸੇ ਵਗੈਰਾ ਖੁਦ ਦਿੱਤੇ ਤੇ ਉਹਨਾਂ ਨੇ ਬੱਸਿਸ ਅਰੇਂਜ ਕਰਾਈਆਂ ਤੇ 26 ਨੂੰ ਅਸੀਂ ਸਵੇਰੇ ਬੱਸਿਸ 'ਚ ਸਿਮਰਨ ਜੀ, ਕਿੰਨੇ ਕੁ ਵਿਦਿਆਰਥੀ ਸੀ ਉੱਥੇ ਜਿਹੜੇ ਪੰਜਾਬੀ, ਖਾਸ ਭਾਰਤੀ ਔਰ ਪੰਜਾਬੀ ਵਿਦਿਆਰਥੀ ਜਿਹੜੀ ਤੁਹਾਡੀ ਯੂਨੀਵਰਸਿਟੀ ਸੀ ਜਿਨ੍ਹਾਂ ਨੇ ਉੱਥੋਂ ਸ਼ਿਫਟ ਕਰਨਾ ਸੀਗਾ? ਸਰ ਉੱਥੇ ਆਲਮੋਸਟ 2000 ਸਟੂਡੈਂਟ ਸੀ ਇੰਡੀਅਨ। ਹਾਂਜੀ। ਤੇ ਉਹ ਜਦੋਂ ਬੱਸਾਂ ਸੀ, ਕੀ ਇੰਨੀਆਂ ਬੱਸਾਂ ਸੀਗੀਆਂ ਉੱਥੇ ਆਈਆਂ ਜਿਹੜੀਆਂ ਕਿ ਉਹਨਾਂ ਨੂੰ 2000 ਬੱਚਿਆਂ ਨੂੰ ਲੈ ਕੇ ਆ ਸਕਣ? ਨਹੀਂ ਸਰ, ਜਦੋਂ ਸਾਨੂੰ ਬੋਲਿਆ ਗਿਆ ਉੱਥੇ ਸਿਰਫ 3 ਬੱਸਿਸ ਸੀਗੀਆਂ। ਸਾਨੂੰ 25 ਨੂੰ ਹੀ ਅਸੀਂ ਉਹਨਾਂ ਨੂੰ ਬੋਲਿਆ ਸੀ ਕਿ ਸਾਡਾ ਜਿਵੇਂ ਰਜਿਸਟ੍ਰੇਸ਼ਨ ਟਾਈਪ ਵੀ ਅਸੀਂ ਜਾਣਾ ਹੈ, ਸਾਡਾ ਨਾਮ ਲਿਖ ਦਿਓ। ਤਾਂ ਉਹ ਸਾਰਿਆਂ ਨੂੰ ਪੁੱਛ ਰਹੇ ਸੀ ਵੀ ਜਿਹੜਾ ਜਾਣਾ ਚਾਹੁੰਦਾ ਹੈ ਪਲੀਜ਼ ਆਪਣਾ ਨਾਮ ਲਿਖਵਾ ਦਿਓ, ਉਸ ਹਿਸਾਬ ਨਾਲ ਅਸੀਂ ਅਰੇਂਜ ਕਰਨੀਆਂ, ਸੀਟਾਂ ਅਰੇਂਜ ਕਰਨੀਆਂ ਜਾਂ ਬੱਸਿਸ ਅਰੇਂਜ ਕਰਨੀਆਂ। ਤੇ ਉਹ ਬੱਸਾਂ ਨੇ ਤੁਹਾਡੇ ਲਈ ਕੋਈ ਕਿਰਾਇਆ ਵਗੈਰਾ ਤੈਅ ਕੀਤਾ ਸੀ? ਹਾਂਜੀ। ਕੀ ਕਿਰਾਇਆ ਤੈਅ ਹੋਇਆ ਉਹਨਾਂ ਦਾ? ਆਪਣਾ $100 ਉਹਨਾਂ ਨੇ ਬੋਲਿਆ ਸੀ ਕਿ $100 ਤੁਹਾਨੂੰ ਦੇਣਾ ਪਏਗਾ। ਅੱਛਾ ਜੀ। ਹਾਂਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਬੋਲਿਆ ਕਿ ਹੁਣ ਸਾਨੂੰ $150 ਇਨਕਰੀਜ਼ ਕੀਤਾ ਉਹਨਾਂ ਨੇ। ਫਿਰ ਸਾਰੇ ਬੱਚਿਆਂ ਕੋਲ ਸੀਗੇ ਪੈਸੇ ਜਿਹੜੇ ਨਹੀਂ ਸਰ, ਮੋਸਟ ਆਫ ਥੋੜੇ ਬੱਚੇ ਸੀਗੇ ਜਿਹੜੇ ਉਹਨਾਂ ਕੋਲ ਨਹੀਂ ਸੀ ਪੈਸੇ, ਫਿਰ ਉਹ ਨਹੀਂ ਆਏ, ਉਹਨਾਂ ਨੂੰ ਉਤਰਨਾ ਪਿਆ, ਉੱਥੇ ਰਹਿ ਗਏ। ਹਾਂਜੀ। ਤੇ ਤੁਸੀਂ ਪੈਸੇ ਦੇ ਕੇ $150 ਤੁਸੀਂ ਬੱਸ ਦਿੱਤਾ? ਹਾਂਜੀ। ਤੇ ਉਹਦੇ ਲਈ ਤੁਹਾਡੀ ਉੱਥੇ ਦੀ ਗਵਰਨਮੈਂਟ ਨੇ ਜਾਂ ਇੰਡੀਅਨ ਐਮਬੈਸੀ ਵੱਲੋਂ ਕੋਈ ਮਦਦ? ਨਹੀਂ ਸਰ, ਉਹਨਾਂ ਨੇ ਸਾਫ਼ ਬੋਲਤਾ ਸੀ ਅਗਰ ਤੁਸੀਂ ਬਾਰਡਰਸ ਤੇ ਪਹੁੰਚ ਜਾਓਗੇ ਤੇ ਤੁਹਾਨੂੰ ਇੱਧਰੋਂ ਰੈਸਕਿਊ ਕਰ ਸਕਦੇ ਹਾਂ, ਪਰ ਅੰਦਰ ਨਹੀਂ ਜਾ ਸਕਦੇ ਹਾਂ ਅਸੀਂ, ਤੇ ਬਾਰਡਰ ਤੁਹਾਨੂੰ ਖੁਦ ਹੀ ਆਉਣਾ ਪਏਗਾ ਜਿਵੇਂ ਵੀ ਕਰਕੇ, ਉਹ ਤੁਹਾਡੀ ਉਹ ਹੈ। ਤੁਸੀਂ ਜਦੋਂ ਉੱਥੋਂ ਚੱਲੇ ਆ ਬੱਸ ਦੇ ਵਿੱਚ, ਬੱਸ 'ਚ ਬੈਠ ਕੇ, ਕਿੰਨਾ ਲੰਬਾ ਸਫ਼ਰ ਸੀਗਾ ਜਿੱਥੇ ਤੁਸੀਂ ਪਹੁੰਚਣਾ ਸੀ ਰੋਮਾਨੀਆ ਸਰ ਦੇ? ਵੈਸੇ ਨਾਰਮਲੀ ਉਹ 12 ਆਰ ਦਾ ਸੀ, ਪਰ ਜਿਵੇਂ ਉੱਥੇ ਇੰਨਾ ਉਹ ਸੀਗੇ, ਯੂਕਰੇਨੀਅਨਸ ਵੀ ਜਾ ਰਹੇ ਸੀ, ਸਾਰੇ ਰੈਸਕਿਊ ਹੋਣ ਲਈ ਔਰ ਬਾਰਡਰ ਲਈ ਜਾ ਰਹੇ ਸੀ, ਤਾਂ ਉੱਥੇ ਟ੍ਰੈਫਿਕ ਜੈਮ ਸੀ, ਤਾਂ ਸਾਨੂੰ ਆਲਮੋਸਟ 10 ਆਵਰਸ ਟ੍ਰੈਫਿਕ ਜੈਮ 'ਚ ਲੱਗ ਗਏ ਤੇ 24 ਆਵਰਸ ਬਾਅਦ ਅਸੀਂ ਬਾਰਡਰਸ ਤੇ ਪਹੁੰਚੇ। ਸੋ 10 ਜਿਹੜੇ ਘੰਟੇ ਤੁਸੀਂ ਦੱਸਿਆ ਵੀ ਲੱਗੇ ਆ, ਉਹ ਉੱਥੇ ਯੂਨੀਵਰਸਿਟੀ ਦੇ ਨੇੜੇ ਸੀ ਜਾਂ ਰਸਤੇ ਵਿੱਚ ਤੁਸੀਂ ਰੁਕੇ? ਨਹੀਂ, ਅਸੀਂ ਆਲਮੋਸਟ ਪਹੁੰਚਣ ਵਾਲੇ ਸੀ ਚਰਨੋਵਿਸਕੀ ਦੇ ਨੇੜੇ ਤੇੜੇ ਹੀ, ਜਿੱਥੇ ਬਾਰਡਰ ਤੇ? ਹਾਂਜੀ, ਬਾਰਡਰ ਦੇ ਨੇੜੇ ਹੀ ਚਰਨੋਵਿਸਕੀ, ਉੱਥੇ ਚੈੱਕ ਪੁਆਇੰਟ ਹੈ, ਤੇ ਉੱਥੇ ਸਾਨੂੰ ਇੰਨੀ ਦੇਰ ਜਾਮ 'ਚ ਖੜਨਾ ਪਿਆ ਉੱਥੇ। ਤਾਂ ਜਿਹੜਾ ਤੁਸੀਂ ਸਫ਼ਰ ਕੀਤਾ, ਤੁਸੀਂ ਕਹਿੰਦੇ ਕਈ ਘੰਟਿਆਂ ਦਾ ਸਫ਼ਰ ਤੁਸੀਂ ਤੈਅ ਕਰਕੇ ਉੱਥੇ ਪਹੁੰਚੇ, ਤੇ ਜਦੋਂ ਤੁਸੀਂ ਬੱਸ 'ਚ ਜਾ ਰਹੇ ਸੀ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਸੀ? ਕਿ ਮਨ ਵਿੱਚ ਕੋਈ ਡਰ ਸੀ ਜਾਂ ਮਨ 'ਚ ਕੀ ਖਿਆਲ ਆ ਰਹੇ ਸੀ? ਸਰ ਸਾਨੂੰ ਟੈਨਸ਼ਨ ਇਹ ਸੀ ਕਿ ਜੋ ਪਿੱਛੇ ਰਹਿ ਗਿਆ, ਬਿਕੋਜ਼ ਸਾਡੀ ਬੱਸ ਤਾਂ ਜਾ ਰਹੀ ਸੀ ਤੇ ਅਸੀਂ ਸਾਰਿਆਂ ਨਾਲ, ਜੋ ਵੀ ਪਿੱਛੇ ਬੱਸਿਸ ਆ ਰਹੀਆਂ ਸੀ ਉਹਨਾਂ ਨਾਲ ਕੰਟੈਕਟ ਕਰ ਰਹੇ ਸੀ, ਤੇ ਜਿਹੜੇ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਪੁੱਛ ਰਹੇ ਸੀ ਵੀ ਤੁਸੀਂ ਪਲੀਜ਼ ਕਿਸੇ ਤਰੀਕੇ ਆ ਜਾਓ, ਵੀ ਪਲੀਜ਼ ਕਮ, ਵੀ ਉੱਥੇ ਤੁਸੀਂ ਨਹੀਂ ਸੇਫ। ਨਹੀਂ, ਜਦੋਂ ਤੁਸੀਂ ਚੱਲੇ ਆ, ਤੁਸੀਂ ਬੱਸਾਂ 'ਚ ਬੈਠ ਗਏ, ਉੱਥੇ ਦੇ ਬਾਰਡਰ ਲਈ ਚੱਲ ਪਏ ਰੋਮਾਨੀਆ ਦੇ ਲਈ, ਤੇ ਤੁਹਾਨੂੰ ਲੱਗਿਆ ਨਹੀਂ ਕਿ ਰਸਤੇ 'ਚ ਕੋਈ ਖਤਰਾ ਆ ਸਕਦਾ ਜਾਂ ਇਸ ਤਰ੍ਹਾਂ ਦਾ ਕੁਝ ਅਟੈਕ ਹੋ ਸਕਦਾ? ਸਰ ਸਾਨੂੰ ਸੀਨੀਅਰਸ ਨੇ ਪਹਿਲੇ ਹੀ ਬੋਲਿਆ ਸੀ ਕਿ ਤੁਸੀਂ ਆਪਣੇ ਰਿਸਕ ਤੇ ਜਾ ਰਹੇ ਹੋ, ਅਗਰ ਤੁਹਾਨੂੰ ਰਸਤੇ 'ਚ ਕੁਝ ਵੀ ਹੋਏਗਾ ਫਿਰ ਵੀ ਆਰ ਨੋਟ ਰਿਸਪੌਂਸੀਬਲ। ਸੋ ਉਸ ਜਰਨੀ ਦੇ ਵਿੱਚ ਤੁਸੀਂ ਪਰੇਸ਼ਾਨ ਰਹੇ ਪੂਰਾ? ਠੀਕ ਸੀ, ਫਰੈਂਡਸ ਸੀ ਸਾਡੇ ਨਾਲ ਜਿਹੜੇ ਸਾਡੇ ਨਾਲ ਪੜ੍ਹੇ ਹੋਏ ਸੀ, ਤਾਂ ਸਾਨੂੰ ਸੀ ਵੀ ਚਲੋ ਅਸੀਂ ਸਾਥ ਜਾ ਰਹੇ ਹਾਂ, ਜਿੱਥੇ ਵੀ ਜਾ ਰਹੇ ਹਾਂ ਇਕੱਠੇ ਹਾਂ, ਪਰ ਥੋੜਾ ਡਰ ਵੀ ਸੀ ਵੀ ਅਸੀਂ ਪਹੁੰਚਾਂਗੇ ਜਾਂ ਜਿਵੇਂ। ਇੱਕ ਬਗਾਨੇ ਦੇਸ਼ ਦੇ ਵਿੱਚ ਨਾ ਤੁਹਾਨੂੰ ਰਸਤਾ ਪਤਾ ਸੀ, ਨਾ ਤੁਹਾਨੂੰ ਪਤਾ ਸੀ ਕਿ ਅਸੀਂ ਸਾਡੀ ਮੰਜ਼ਿਲ ਤੇ ਪਹੁੰਚਾਂਗੇ ਕਿ ਨਹੀਂ। ਉੱਥੇ ਹਰ ਚੈੱਕ ਪੁਆਇੰਟ ਤੇ ਸਾਨੂੰ ਚੈੱਕ ਕਰਦੇ ਸੀ, ਉਹ ਚੈਕਿੰਗ ਹੁੰਦੀ ਸੀ, ਫਿਰ ਸਾਨੂੰ ਡਰ ਲੱਗਦਾ ਸੀ ਕਿ ਪਤਾ ਨਹੀਂ ਕਿ ਕਿਸੇ ਬੱਚੇ ਨੂੰ ਨਾ ਬਾਹਰ ਨਾ ਨਿਕਾਲ ਲੈਣ ਜਾਂ ਕੁਝ ਵੀ। ਤਾਂ ਤੁਹਾਨੂੰ ਕਦੋਂ ਜਾ ਕੇ ਤੁਸੀਂ ਸੁੱਖ ਦਾ ਸਾਹ ਲਿਆ ਵੀ ਹਾਂ ਅਸੀਂ ਹੁਣ ਉੱਥੋਂ ਆ ਗਏ ਹਾਂ, ਯੂਕਰੇਨ ਤੋਂ ਨਿਕਲੇ ਆਏ, ਤੇ ਜਦੋਂ ਡਰ ਜਿਹਾ ਖਤਮ ਹੋਇਆ ਤੁਹਾਡਾ? ਜਦੋਂ ਅਸੀਂ ਬਾਰਡਰ ਕ੍ਰੋਸ ਕਰ ਲਿਆ, ਜਦੋਂ ਅਸੀਂ ਰੋਮਾਨੀਆ ਦੇ ਐਂਟਰ ਹੋ ਗਏ, ਉਦੋਂ ਸਾਨੂੰ ਹੋਇਆ, ਬਿਕੋਜ਼ ਉੱਥੇ ਸਭ ਕੁਝ ਨੋਰਮਲ ਸੀ, ਉਹਨਾਂ ਨੇ ਸਾਨੂੰ ਸਾਰੀ ਫੈਸਿਲਿਟੀ ਦਿੱਤੀ, ਸ਼ੈਲਟਰਸ 'ਚ ਅਸੀਂ ਰਹੇ, ਫੂਡ ਵਗੈਰਾ ਸਾਰਾ ਕੁਝ, ਸਿਮਸ ਵਗੈਰਾ ਦਿੱਤੇ, ਫਿਰ ਅਸੀਂ ਕੰਟੈਕਟ ਕੀਤੇ ਆਪਣੇ ਫਰੈਂਡਸ ਨਾਲ, ਸਾਰਿਆਂ ਨਾਲ, ਫਿਰ ਅਸੀਂ ਉੱਥੇ ਸੇਫ। ਰੋਮਾਨੀਆ ਬਾਰਡਰ ਤੇ ਤੁਹਾਨੂੰ ਇੰਡੀਅਨ ਐਮਬੈਸੀ ਨੇ ਕੋਈ ਮਦਦ ਕੀਤੀ ਹੈ ਜਾਂ ਵੈਸੇ ਉਹ ਉੱਥੇ ਦੀ ਗਵਰਨਮੈਂਟ ਜਿਹੜੀ ਸੀ ਉਹ ਮਦਦ ਕਰ ਰਹੀ ਸੀ? ਉੱਥੇ ਵਲੰਟੀਅਰ ਸੀ, ਇੰਡੀਅਨ ਵਲੰਟੀਅਰ ਸੀ। ਹਾਂਜੀ, ਵਲੰਟੀਅਰਸ ਸੀ, ਤੇ ਰੋਮਾਨੀਆ ਗਵਰਨਮੈਂਟ ਨੇ ਵੀ ਬਹੁਤ ਹੈਲਪ ਕੀਤੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਖਾਲਸਾ ਏਡ ਜਿਹੜੀ ਹੈ ਉਹ ਇੱਕ ਬੜੀ ਅੱਛੀ ਸਮਾਜ ਸੇਵੀ ਜਥੇਬੰਦੀ ਹੈ ਇੰਟਰਨੈਸ਼ਨਲ ਲੈਵਲ ਤੇ, ਉਹ ਮਦਦ ਵੀ ਕਰਦੀ ਹੈ। ਉਹਨਾਂ ਨੇ ਵੀ ਉੱਥੇ ਕੋਈ ਇਸ ਤਰ੍ਹਾਂ ਦੀ ਮਦਦ ਦੇ ਵਾਸਤੇ ਲੰਗਰ ਵਗੈਰਾ ਲਾਏ ਸੀ ਜਾਂ? ਸਰ ਜਦੋਂ ਅਸੀਂ ਆਏ ਹਾਂ 28 ਨੂੰ, ਉਦੋਂ ਉੱਥੇ ਕੁਝ ਨਹੀਂ, ਹਾਂਜੀ ਉਦੋਂ ਨਹੀਂ ਸੀ ਕੁਝ, ਮੇ ਬੀ ਆਫਟਰ ਦੈਟ। ਜਦੋਂ ਤੁਸੀਂ ਰੋਮਾਨੀਆ 'ਚ ਐਂਟਰ ਹੋਏ, ਹਾਂਜੀ, ਰੋਮਾਨੀਆ ਦੇ ਵਿੱਚ ਉੱਥੇ ਤੁਹਾਨੂੰ ਸ਼ਰਨਾਰਥੀ ਕੈਂਪਾਂ 'ਚ ਰੱਖਿਆ ਜਾਂ ਕੋਈ ਓਪਨ ਸੀ ਜਗ੍ਹਾ ਜਿੱਥੇ ਤੁਸੀਂ? ਨਹੀਂ, ਉਹਨਾਂ ਨੇ ਸ਼ੈਲਟਰਸ ਬਣਾਏ ਹੋਏ ਸੀ, ਸ਼ੈਲਟਰ ਬਣੇ ਹੋਏ ਸੀ। ਹਾਂਜੀ, ਤੇ ਉੱਥੇ ਤੁਸੀਂ ਫਿਰ 27 ਤਰੀਕ ਨੂੰ ਪਹੁੰਚੇ?
ਹਾਂਜੀ 27 ਫਰਵਰੀ 27 ਨੂੰ ਪਹੁੰਚੇ ਸੀ। ਉਸ ਤੋਂ ਬਾਅਦ ਉੱਥੇ ਕਿੰਨੀ ਦੇਰ ਰਹੇ ਤੁਸੀਂ? ਉੱਥੇ ਅਸੀਂ ਰਾਤ ਨੂੰ 11 ਵਜੇ ਚੱਲ ਪਏ ਸੀ ਕੈਪੀਟਲ ਲਈ। ਹਾਂਜੀ 27 ਨੂੰ 11 ਵਜੇ ਰਾਤ ਨੂੰ ਰੋਮਾਨੀਆ ਦੀ ਕੈਪੀਟਲ ਲਈ, ਜਿੱਥੇ 에ਅਰਪੋਰਟ ਸਰ ਇਹ ਹੈ ਬੁਚਰੈਸਟ। ਹਾਂਜੀ ਤੇ ਉੱਥੇ ਫਿਰ ਉੱਥੋਂ ਤੁਸੀਂ ਫਿਰ ਕੈਪੀਟਲ ਪਹੁੰਚ ਗਏ। ਹਾਂਜੀ। ਉੱਥੇ ਜਾ ਕੇ ਫਿਰ ਕੀ ਪ੍ਰਬੰਧ ਸੀਗੇ? ਕੈਪੀਟਲ ਦੇ ਵਿੱਚ 에ਅਰਪੋਰਟ ਦੇ ਅੰਦਰ ਜੋ ਹੋਲਸ ਵਗੈਰਾ ਹੈ ਸਾਡੇ ਲਈ ਸਪੈਸ਼ਲ ਉਹਨਾਂ ਨੇ ਯੂਕਰੇਨੀਅਨਸ ਲਈ ਤੁਸੀਂ 에ਅਰਪੋਰਟ ਚਲੇ ਗਏ ਉੱਥੇ? ਹਾਂਜੀ ਅਸੀਂ 에ਅਰਪੋਰਟ ਚਲੇ ਗਏ। ਹਾਂਜੀ ਕਾਫੀ ਬੱਚੇ ਸੀ ਉਹ ਸ਼ੈਲਟਰ ਤੇ ਚਲੇ ਗਏ, ਉੱਥੇ ਸ਼ੈਲਟਰ ਸੀ। ਕਾਫੀ ਬੱਚੇ 에ਅਰਪੋਰਟ ਤੇ ਆਏ ਆ, ਥੋੜੇ ਬੱਚੇ। ਜਾਣ ਕੇ ਤੁਹਾਡੇ ਨਾਲ ਦੇ ਜਿਹੜੇ ਸਾਰੇ ਬੱਚੇ ਨਹੀਂ ਆਏ? ਨਹੀਂ ਸਰ। ਕਿੰਨੇ ਤੁਹਾਡੇ ਨਾਲ ਦੇ ਜਿਹੜੇ ਹੋਰ ਤੁਹਾਡੇ ਫਰੈਂਡਸ ਵਗੈਰਾ ਸੀਗੇ ਉੱਥੇ ਰੁਕ ਗਏ? ਸਰ ਮਤਲਬ ਆਲਮੋਸਟ ਜਿਹੜੇ ਤੁਹਾਡੇ ਨਾਲ ਨਹੀਂ ਆ ਸਕੇ ਮਤਲਬ 에ਅਰਪੋਰਟ? ਸਰ ਅਸੀਂ 5 ਜਣਿਆਂ ਦਾ ਗਰੁੱਪ ਸੀ ਸਾਡਾ। ਉਹ 'ਚੋਂ ਅਸੀਂ ਸਿਰਫ 2 ਜਣੇ ਨੇ ਬਾਰਡਰ ਕ੍ਰੋਸ ਕੀਤਾ ਸੀ ਤੇ ਉਹ 3 ਸਾਡੇ ਬਾਰਡਰ ਤੋਂ ਬਾਹਰ ਹੀ ਰਹਿ ਗਏ ਸੀ। ਫਿਰ ਜਦੋਂ ਅਸੀਂ 에ਅਰਪੋਰਟ ਪਹੁੰਚੇ ਫਿਰ ਉਦੋਂ ਉਹਨਾਂ ਨੇ ਬੋਲਿਆ ਸਾਡਾ ਬਾਰਡਰ ਕ੍ਰੋਸ ਹੋ ਗਿਆ ਹੈ। ਫਿਰ ਉਹਨਾਂ ਨੂੰ ਰੋਮੇਨੀਆ ਦੇ ਨੀਅਰ ਬਾਏ ਸ਼ੈਲਟਰ, ਬਾਰਡਰ ਦੇ ਨੀਅਰ ਬਾਏ ਸ਼ੈਲਟਰ 'ਤੇ ਪਹੁੰਚਾਇਆ ਗਿਆ। ਫਿਰ ਨੈਕਸਟ ਡੇ ਉਹ ਕੈਪੀਟਲ ਦੇ ਵਿੱਚ ਜਿਹੜੇ ਸ਼ੈਲਟਰ ਸੀਗੇ ਉੱਥੇ ਆਏ। ਹੁਣ ਉਹ ਉੱਥੇ ਹੀ ਸਟਕ ਨੇ ਉਸ ਤੋਂ ਬਾਅਦ ਤੁਸੀਂ 에ਅਰਪੋਰਟ ਪਹੁੰਚ ਗਏ। 에ਅਰਪੋਰਟ ਦੇ ਅੰਦਰ ਜਾ ਕੇ ਫਿਰ ਤੁਸੀਂ ਮਤਲਬ ਤੁਹਾਡੀ ਕਿਹਨੇ ਮਦਦ ਕੀਤੀ? ਕਿਵੇਂ ਤੁਸੀਂ ਇੰਡੀਆ ਆਏ? ਕਿੱਦਾਂ ਆਏ? ਕਿੱਥੇ ਪਹੁੰਚੇ ਇੰਡੀਆ ਆ ਕੇ? ਸਰ ਉੱਥੇ ਇੰਡੀਅਨ ਉਹ ਸੀਗੇ ਅੰਬੈਸੀ ਦੇ ਬੰਦੇ ਸੀ, ਵੋਲੰਟੀਅਰਸ ਸੀਗੇ। ਉਹਨਾਂ ਨੇ ਸਾਡੇ ਨਾਮ ਵਗੈਰਾ ਸਾਰੇ ਨੋਟ ਕੀਤੇ ਸੀ ਤੇ ਫਿਰ ਲਿਸਟ ਬਣੀ ਸਾਡੀ ਤੇ ਲਿਸਟ ਦੇ ਵਿੱਚ ਸਾਡਾ ਨਾਮ ਆ ਗਿਆ। ਤੇ ਸਾਡੀ ਫਲਾਈਟ 28 ਨੂੰ 10 ਵਜੇ ਸਾਡੀ ਸ਼ਾਮ ਦੀ ਫਲਾਈਟ ਸੀਗੀ ਰਾਤ ਦੀ, ਤੇ ਉੱਥੋਂ ਮੁੰਬਈ ਦੀ ਫ੍ਰੀ ਆਫ ਕੋਸਟ। ਅੱਛਾ, ਮਤਲਬ ਇਹਦਾ ਸਾਰਾ ਖਰਚਾ ਇੰਡੀਅਨ ਗਵਰਨਮੈਂਟ? ਹਾਂਜੀ ਇੰਡੀਅਨ ਗਵਰਨਮੈਂਟ ਨੇ, ਫਲਾਈਟ ਸਾਰੀ ਇੰਡੀਅਨ ਗਵਰਨਮੈਂਟ। ਕਿਹੜੀ ਫਲਾਈਟ ਸੀਗੀ? ਮੇਰੀ ਇੰਡੀਗੋ ਫਲਾਈਟ। ਹਾਂਜੀ। ਤੇ ਬੰਬੇ ਪਹੁੰਚ ਗਏ ਤੁਸੀਂ? ਹਾਂਜੀ ਮੁੰਬਈ ਪਹੁੰਚ ਗਏ। ਫਿਰ ਉਸ ਤੋਂ ਬਾਅਦ ਸਾਡੀ ਡੋਮੈਸਟਿਕ ਫਲਾਈਟਸ ਵੀ ਉਹਨਾਂ ਨੇ ਖੁਦ ਕਰਾਈਆਂ। ਮੈਂ ਚੰਡੀਗੜ੍ਹ ਆਈ ਸੀ ਤੇ ਚੰਡੀਗੜ੍ਹ ਦੀ ਵਿਸਤਾਰਾ ਫਲਾਈਟ ਸਾਡੀ ਸੀਗੀ। ਸੋ ਇਹ ਇੱਕ ਗੱਲ ਖਾਸ ਜਿਹੜੀ ਸਿਮਰਨ ਜੀ ਨੇ ਦੱਸੀ ਹੈ ਕਿ ਬੇਸ਼ੱਕ ਬਹੁਤ ਸਾਰੇ ਵਿਦਿਆਰਥੀ ਜਿਹੜੇ ਉੱਥੋਂ ਇਹ ਸ਼ਿਕਾਇਤ ਕਰ ਰਹੇ ਆ ਕਿ ਸ਼ਾਇਦ ਇੰਡੀਅਨ ਐਮਬੈਸੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਪਰ ਜਿਵੇਂ ਇਹਨਾਂ ਨੇ ਦੱਸਿਆ ਕਿ ਜਦੋਂ ਉਹ ਉੱਥੇ 에ਅਰਪੋਰਟ ਤੇ ਪਹੁੰਚੇ ਰੋਮਾਨੀਆ ਦੇ ਵਿੱਚ ਤੇ ਉੱਥੋਂ ਇਹਨਾਂ ਨੂੰ ਟੋਟਲ ਜਿਹੜਾ ਹੈ ਫ੍ਰੀ ਆਫ ਕਾਸਟ ਜਿਹੜਾ ਹੈ ਉਹ ਬੰਬੇ ਆਏ ਔਰ ਉੱਥੋਂ ਮੁੰਬਈ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈ ਚੰਡੀਗੜ੍ਹ ਲੈ ਕੇ ਆਂਦਾ ਗਿਆ। ਸੋ ਕਿਸੇ ਤਰ੍ਹਾਂ ਦਾ ਵੀ ਇਹਨਾਂ ਦਾ ਖਰਚਾ ਜਿਹੜਾ ਹੈ ਉਹ ਨਹੀਂ ਹੋਇਆ। ਇੰਡੀਅਨ ਗਵਰਨਮੈਂਟ ਨੇ ਸਾਰਾ ਇਹ ਜਿਹੜਾ ਖਰਚਾ ਕੀਤਾ। ਇਹ ਇੱਕ ਅੱਛੀ ਪਹਿਲ ਹੈ ਇੰਡੀਅਨ ਗਵਰਨਮੈਂਟ ਦੀ, ਸਮਝਦੇ ਆ ਕਿ ਉਹਨਾਂ ਨੇ ਵਿਦਿਆਰਥੀਆਂ ਲਈ ਜੋ ਕੀਤਾ। ਸੋ ਇਸ ਤੋਂ ਬਿਨਾਂ ਵੀ ਕਈ ਕੁਐਸਚਨ ਨੇ ਇਸ ਯੁੱਧ ਤੋਂ ਬਾਅਦ। ਬਹੁਤ ਸਾਰੇ ਵਿਦਿਆਰਥੀ, ਜਿਸ ਤਰ੍ਹਾਂ ਪਤਾ ਲੱਗ ਰਿਹਾ ਕਿ 20-22 ਹਜ਼ਾਰ ਵਿਦਿਆਰਥੀ ਜਿਹੜੇ ਸਾਡੇ ਉਹ ਯੂਕਰੇਨ ਦੇ ਵਿੱਚ ਗਏ ਆ ਮੈਡੀਕਲ ਦੀ ਪੜ੍ਹਾਈ ਕਰਨ। ਆਖਰ ਉਹਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਹੋਣਗੇ ਕਿ ਆਖਰ ਉਹਨਾਂ ਨੂੰ ਕੀ ਜ਼ਰੂਰਤ ਪਈ ਸੀ ਕਿ ਸਾਡੇ ਇਹ ਜਿਹੜੇ ਹੋਣਹਾਰ ਬੱਚੇ ਆ ਉਹ ਉੱਥੇ ਜਾ ਰਹੇ ਆ ਯੂਕਰੇਨ ਦੇ ਵਿੱਚ ਜਾ ਕੇ ਮੈਡੀਕਲ ਦੀ ਸਿੱਖਿਆ ਹਾਸਲ ਕਰ ਰਹੇ ਆ। ਸੋ ਸਿਮਰਨਜੀਤ ਤੁਸੀਂ ਕੀ ਸਮਝਦੇ ਹੋ ਆਖਰ ਕੀ ਕਾਰਨ ਹੋਣਗੇ ਕਿ ਇੰਨੇ ਸਾਡੇ ਜਿਹੜੇ ਬੱਚੇ ਆ, ਇੰਨਾ ਯੂਥ ਜਿਹੜਾ ਸਾਡਾ, ਉਹਨਾਂ ਨੂੰ ਆਪਣੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਕਿ ਮੈਡੀਕਲ ਕਾਲਜ ਨਹੀਂ ਮਿਲ ਰਹੇ ਜਾਂ ਉਹਨਾਂ ਦੀ ਇੱਥੇ ਪੜ੍ਹਾਈ ਦਾ ਕੋਈ ਖਰਚਾ ਜ਼ਿਆਦਾ ਹੈ? ਕੀ ਕਾਰਨ ਸੀ ਉੱਥੇ ਜਾਣ ਦਾ? ਸਰ ਮੇ ਵੀ ਫਸਟ ਇਹ ਕੋਜ਼ ਹੈ ਕਿ ਇੱਥੇ ਸੀਟਸ ਬਹੁਤ ਘੱਟ ਨੇ, ਲਿਮਿਟਡ ਨੇ ਸੀਟਸ, ਗਵਰਨਮੈਂਟ ਸੀਟਸ ਬਹੁਤ ਘੱਟ ਨੇ, ਰਿਜ਼ਰਵੇਸ਼ਨਸ ਹੁੰਦੀਆਂ ਫਸਟ ਆਫ ਆਲ। ਅਤੇ ਦੂਸਰਾ ਪੁਆਇੰਟ ਹੈ ਕਿ ਜਿਹੜਾ ਅਗਰ ਅਸੀਂ ਪ੍ਰਾਈਵੇਟ 'ਚ ਵੀ ਕਰਨਾ, ਬਿਕੋਜ਼ ਉੱਥੇ ਵੀ ਅਸੀਂ ਪ੍ਰਾਈਵੇਟ ਯੂਨੀਵਰਸਿਟੀ 'ਚ ਹੀ ਪੜ੍ਹ ਰਹੇ ਹਾਂ, ਪਰ ਜੋ ਉੱਥੇ ਦਾ ਐਕਸਪੈਂਸ ਹੈ ਅਤੇ ਇੱਥੇ ਦਾ ਐਕਸਪੈਂਸ ਹੈ ਉਸ 'ਚ ਬਹੁਤ ਡਿਫਰੈਂਟ ਹੈ। ਜਿਹੜਾ ਇੰਡੀਆ 'ਚ ਤੁਸੀਂ ਅਗਰ ਪ੍ਰਾਈਵੇਟ 'ਚ ਕਰੋਗੇ ਤਾਂ ਤੁਹਾਡੀ ਆਲਮੋਸਟ 1 ਕਰੋੜ ਤੱਕ ਪਹੁੰਚ ਜਾਏਗੀ ਨੀਅਰ ਬਾਏ, ਬਟ ਉੱਥੇ ਅਗਰ ਤੁਸੀਂ ਬਿਨਾਂ ਐਕਸਪੈਂਸਿਸ ਤੋਂ ਕਹੋਗੇ ਤਾਂ 18 ਲੱਖ ਸਾਡਾ ਮਤਲਬ ਜੋ ਪੈਕੇਜ ਸੀ ਪੂਰਾ 6 ਸਾਲ ਦਾ, ਅਤੇ ਵਿਦ ਐਕਸਪੈਂਸਿਸ ਇਟਸ ਅਰਾਊਂਡ 50 ਲੱਖ। ਮਤਲਬ ਤੁਸੀਂ ਕੀ ਚਾਹੁੰਦੇ, ਮਤਲਬ ਤੁਹਾਨੂੰ ਕੀ ਲੱਗਦਾ ਕਿ ਇੰਡੀਅਨ ਗਵਰਨਮੈਂਟ ਨੂੰ ਇੱਧਰ ਸੋਚਣਾ ਚਾਹੀਦਾ, ਕੋਈ ਨਵੇਂ ਮੈਡੀਕਲ ਕਾਲਜ ਖੋਲ੍ਹਣੇ ਚਾਹੀਦੇ? ਹਾਂਜੀ ਸਰ ਬਿਲਕੁਲ। ਮਤਲਬ ਜ਼ਿਆਦਾ ਅਗਰ ਗਵਰਨਮੈਂਟ ਕਾਲਜਿਸ ਹੋਣਗੇ ਜਾਂ ਜ਼ਿਆਦਾ ਪ੍ਰਾਈਵੇਟ ਕਾਲਜਿਸ ਹੋਣਗੇ ਅਤੇ ਓਬਵੀਅਸਲੀ ਸੀਟਸ ਜ਼ਿਆਦਾ ਹੋਣਗੀਆਂ ਅਤੇ ਬੱਚੇ ਬਿਕੋਜ਼ ਕਿਉਂ ਜਾਣਗੇ ਬਾਹਰ। ਅਤੇ ਉਸ ਤੋਂ ਬਾਅਦ ਅਗਰ ਰਿਜ਼ਰਵੇਸ਼ਨ ਹੀ ਨਾ ਹੋਵੇ ਤਾਂ ਸਾਰੇ ਇਕੁਅਲੀ ਸੀਟਸ ਲੈ ਸਕਦੇ ਆ ਇੱਥੇ। ਅਤੇ ਉਸ ਤੋਂ ਬਾਅਦ ਅਗਰ ਐਕਸਪੈਂਸ ਥੋੜ੍ਹਾ ਘੱਟ ਹੋ ਜਾਏਗਾ ਤਾਂ ਮੇ ਬੀ। ਤੁਸੀਂ ਇੰਡੀਆ 'ਚ ਕੋਸ਼ਿਸ਼ ਕੀਤੀ ਨਹੀਂ, ਨੀਟ ਦਿੱਤਾ ਸੀ? ਹਾਂਜੀ ਸਰ ਮੈਂ ਇੱਥੇ ਨੀਟ ਕਿੰਨਾ ਕੁ ਤੁਹਾਡਾ ਮਾਰਜਨ ਤੇ ਤੁਸੀਂ ਰਹਿ ਗਏ ਸੀ? ਕੀ ਕਾਰਨ ਰਿਹਾ ਕਿ ਇੱਥੇ ਇੰਡੀਆ 'ਚ? ਸਰ ਮੈਨੂੰ ਮਤਲਬ ਫਸਟ ਮੈਂ 2 ਸਾਲ ਪ੍ਰੀਪਰੇਸ਼ਨ ਕੀਤੀ ਸੀ। ਫਸਟ ਈਅਰਸ ਨਹੀਂ ਮਿਲੀ ਮੈਨੂੰ ਫਸਟ ਟਾਈਮ, ਅਤੇ ਸੈਕਿੰਡ ਟਾਈਮ ਮੈਨੂੰ ਜਿਹੜੀ ਮਿਲੀ ਸੀ ਉਹ ਮੈਨੂੰ ਸੈਮੀ ਗਵਰਨਮੈਂਟ ਮਿਲੀ ਸੀ, ਪਰ ਉਹਦਾ ਐਕਸਪੈਂਸ ਵੀ ਮੇਰੇ ਵਾਸਤੇ ਜ਼ਿਆਦਾ ਸੀ ਉਸ ਟਾਈਮ। ਅਤੇ ਉਹ ਇਸ ਲਈ ਮੈਂ ਡਿਸਾਈਡ ਕੀਤਾ ਕਿ ਮੈਂ ਕਿਸੇ ਹੋਰ ਕੰਟਰੀ ਜਾਂ ਕਿਤੇ ਹੋਰ ਜਾ ਕੇ MBBS ਕਰਾਂ। ਸੋ ਮੰਮੀ ਪਾਪਾ ਕੀ ਕਰਦੇ? ਮੇਰੇ ਪਾਪਾ ਨੋਰਮਲੀ ਐਗਰੀਕਲਚਰ ਮਤਲਬ ਫਾਰਮਰ ਹੀ ਹੈ। ਮਦਰ? ਹਾਂਜੀ ਮਦਰ ਮੇਰੇ ਹਾਊਸ ਵਾਈਫ ਹੀ। ਹਾਂਜੀ। ਅਤੇ ਉਹ ਨਹੀਂ ਅਫੋਰਡ ਕਰ ਸਕੇ ਇੱਥੇ ਦਾ ਖਰਚਾ? ਨਹੀਂ ਸਰ ਬਹੁਤ ਐਕਸਪੈਂਸਿਵ। ਉਹ ਤਾਂ ਮੇਰੇ ਚਾਚੂ ਸੀਗੇ, ਉਹ ਸਾਨੂੰ ਪੂਰਾ ਸਪੋਰਟ ਕਰਦੇ ਆ, ਉਹਨਾਂ ਨੇ ਹੀ ਸਾਰਾ ਕੁਛ ਕੀਤਾ ਹੈ। ਮਤਲਬ ਉਹਨਾਂ ਦੀ ਸਪੋਰਟ ਕਰਕੇ ਮੈਂ ਉੱਥੇ ਬਾਹਰ ਗਈ ਹਾਂ ਅਤੇ ਉਹਨਾਂ ਨੇ ਮੇਰਾ ਸਾਰਾ ਕੁਛ ਕੀਤਾ। ਅਤੇ ਤੁਸੀਂ ਜਿਵੇਂ ਹੁਣ ਲਾਸਟ ਈਅਰ ਦੇ ਵਿੱਚ ਤੁਸੀਂ ਦੱਸਿਆ ਉੱਥੇ ਹੈ ਅਤੇ ਹੁਣ ਤੁਸੀਂ ਉੱਥੋਂ ਵਾਪਸ ਵੀ ਆਉਣਾ ਪੈ ਗਿਆ ਤੁਹਾਨੂੰ ਮਜਬੂਰੀ ਬਸ, ਕੀ ਲੱਗਦਾ ਕਿ ਹੁਣ ਅਗਲੀ ਜਿਹੜੀ ਤੁਹਾਡੀ ਪੜ੍ਹਾਈ ਆ ਉਹਦੇ ਲਈ ਤੁਸੀਂ ਕੋਈ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ? ਸਰ ਓਬਵੀਅਸਲੀ ਦੇਖੋ 5 ਈਅਰ ਅਸੀਂ ਵੇਸਟ ਕੀਤੇ ਉੱਥੇ,
ਮਤਲਬ ਵੇਸਟ ਨਹੀਂ, ਚਲੋ ਫਿਲਹਾਲ ਹੈ ਸਾਡੇ ਕੋਲ 5 ਈਅਰ ਉੱਥੇ ਸਪੈਂਡ ਕੀਤੇ ਆ ਅਤੇ 40 ਲੱਖ ਸਾਡੇ ਪੇਰੈਂਟਸ ਦੇ ਲੱਗਿਆ, ਮਤਲਬ ਉਹ ਐਵੇਂ ਤਾਂ ਨਹੀਂ ਆਏ। ਅਤੇ ਮੈਂ ਇਹੀ ਅਪੀਲ ਕਰ ਰਹੀ ਹਾਂ ਕਿ ਅਗਰ ਪੋਸੀਬਲ ਹੋਵੇ ਸਾਡੀ, ਅਗਰ ਉਸ ਯੂਨੀਵਰਸਿਟੀ ਤੋਂ ਸਾਨੂੰ ਡਿਗਰੀ ਮਿਲ ਸਕਦੀ ਤਾਂ ਪਲੀਜ਼ ਔਨਲਾਈਨ ਕੰਡਕਟ ਕਰਾਈ ਜਾਵੇ ਸਾਡੀਆਂ ਡਿਗਰੀਜ਼, ਸਾਨੂੰ ਔਨਲਾਈਨ ਕਲਾਸਿਸ ਦਿੱਤੀਆਂ ਜਾਣ। ਅਗਰ ਨਹੀਂ ਪੋਸੀਬਲ ਤਾਂ ਪਲੀਜ਼ ਗਵਰਨਮੈਂਟ ਸਾਨੂੰ ਇੰਡੀਆ 'ਚ ਮਤਲਬ ਕੁਝ ਐਵੇਂ ਦਾ ਸਿਸਟਮ ਹੋਵੇ ਕਿ ਅਸੀਂ ਇੱਥੇ ਕਾਲਜਿਸ ਜਾਂ ਫਿਰ ਇੱਥੇ ਵੀ ਔਨਲਾਈਨ ਸਟੱਡੀਜ਼ ਕਰ ਸਕੀਏ ਅਤੇ ਸਾਨੂੰ ਡਿਗਰੀ ਮਿਲੇ ਐਟਲੀਸਟ। ਸੋ ਇੱਕ ਸਵਾਲ ਜਿਹੜਾ ਇੰਡੀਆ ਸਰਕਾਰ ਦੇ ਲਈ ਵੀ ਹੈ ਕਿ ਇਹ ਜਿਹੜੇ ਵਿਦਿਆਰਥੀ ਆ, ਖਾਸ ਕਰਕੇ ਉਹ ਵਿਦਿਆਰਥੀ ਜਿਹੜੇ ਇਸ ਵੇਲੇ ਫਾਈਨਲ ਈਅਰ ਦੇ ਵਿੱਚ ਸੀਗੇ ਔਰ ਉਹਨਾਂ ਦੇ ਥੋੜ੍ਹਾ ਜਿਹਾ ਸਮਾਂ ਜਿਹੜਾ ਬਾਕੀ ਬਚਿਆ ਡਿਗਰੀ ਦਾ, ਅੱਜ ਉਹਨਾਂ ਨੂੰ ਇਸ ਮਜਬੂਰਨ ਹਾਲਾਤ ਦੇ ਵਿੱਚ ਯੂਕਰੇਨ ਛੱਡਣਾ ਪਿਆ ਔਰ ਇੱਥੇ ਆਉਣਾ ਪਿਆ ਔਰ ਉਹਨਾਂ ਦਾ ਜਿਹੜਾ ਐਡਾ ਵੱਡਾ ਖਰਚਾ ਉਹਨਾਂ ਨੇ ਕੀਤਾ, 5 ਸਾਲ ਦੀ ਪੜ੍ਹਾਈ ਉੱਥੇ ਕੀਤੀ, ਉਹ ਸਾਰਾ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਕਿਤੇ ਕੱਲ੍ਹ ਨੂੰ ਉਹਨਾਂ ਦੀ ਇਹ ਮੈਡੀਕਲ ਸਿੱਖਿਆ ਜਿਹੜੀ ਵਿਅਰਥ ਨਾ ਜਾਵੇ। ਸੋ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਪਏਗਾ, ਭਾਰਤ ਸਰਕਾਰ ਇਸ ਵੱਲ ਧਿਆਨ ਦੇਵੇ ਜਾਂ ਉਸ ਯੂਨੀਵਰਸਿਟੀ ਨੂੰ, ਹਾਲੇ ਕਿ ਉੱਥੇ ਹਾਲਾਤ ਸਾਜ਼ਗਾਰ ਨਹੀਂ ਹੈ ਯੂਕਰੇਨ ਦੇ ਵਿੱਚ, ਕਿਉਂਕਿ ਉੱਥੇ ਯੂਕਰੇਨ ਯੁੱਧ ਦੇ ਮੈਦਾਨ ਵਿੱਚ ਫਸਿਆ ਹੋਇਆ ਅਤੇ ਉੱਥੇ ਮੈਨੂੰ ਨਹੀਂ ਲੱਗਦਾ ਕਿ ਅਜੇ ਪੋਸੀਬਲ ਹੋਏਗਾ ਕਿ ਇਹਨਾਂ ਵਿਦਿਆਰਥੀਆਂ ਦੀ ਔਨਲਾਈਨ ਪੜ੍ਹਾਈ ਉਹ ਸਰਕਾਰ ਕਰਾ ਸਕੇਗੀ। ਪਰ ਇੰਡੀਆ ਸਰਕਾਰ ਜਿਹੜੀ ਹੈ ਉਹਨੂੰ ਜ਼ਰੂਰ ਇੱਧਰ ਸੋਚਣਾ ਪਏਗਾ। ਇਹ ਇੱਕ ਕੁਐਸਚਨ ਇੰਡੀਆ ਸਰਕਾਰ ਦੇ ਲਈ ਹੈ। ਸੋ ਸਾਡੇ ਨਾਲ ਸਿਮਰਨਜੀਤ ਦੇ ਮਾਤਾ ਪਿਤਾ ਵੀ ਮੌਜੂਦ ਹੈ, ਸੋ ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ। ਸੋ ਹਰਜੀਤ ਸਿੰਘ ਜੀ, ਤੁਸੀਂ ਬੱਚੇ ਨੂੰ ਬਾਹਰ ਭੇਜਿਆ, ਆਪਣੀ ਬੇਟੀ ਨੂੰ, ਕੀ ਸੁਪਨੇ ਲਏ ਸੀ? ਸੁਪਨੇ ਤਾਂ ਬਹੁਤ ਸੀਗੇ ਜੀ, ਪਰ ਅਸੀਂ ਤਾਂ ਹੁਣ ਫਾਰਮਰ ਹੈ ਜੀ, ਖੇਤੀਬਾੜੀ ਕਰਨ ਵਾਲੇ ਆ। ਪਰ ਫਿਰ ਵੀ ਮੈਨੂੰ ਇੱਕ ਮੇਰੇ ਡਾਕਟਰ ਸਾਹਿਬ ਹੈਗੇ ਮਿੱਤਰ ਸੱਜਣ, ਉਹਨਾਂ ਨੇ ਮੈਨੂੰ ਉਤਸ਼ਾਹ ਕੀਤਾ ਸੀਗਾ ਵੀ ਚਲੋ ਯਾਰ ਆਪਣੇ ਬੱਚੇ ਨੂੰ ਵੀ ਚੰਗੀ, ਕਿਉਂ ਸਾਡੀ ਬੇਟੀ ਥੋੜ੍ਹੀ ਜਿਹੀ ਪੜ੍ਹਨ ਵਿੱਚ ਵਧੀਆ ਸੀਗੀ ਅਤੇ ਇਸ ਕਰਕੇ ਅਸੀਂ ਕਿਹਾ ਵੀ ਚਲੋ ਅਸੀਂ ਵੀ ਇਹ ਸੁਪਨਾ ਲੈ ਸਕਦੇ ਹਾਂ ਵੀ ਚਲੋ ਆਪਣੀ ਬੇਟੀ ਨੂੰ ਡਾਕਟਰ ਬਣਾ ਦਈਏ। ਪਰ ਸੁਪਨੇ ਤਾਂ ਬਹੁਤ ਹੈ, ਪਰ ਪੂਰੇ ਕਿਸੇ ਕਿਸੇ ਦੇ ਹੀ ਹੁੰਦੇ ਆ। ਚਲੋ ਫਿਰ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਸਾਡਾ ਇਹ ਸੁਪਨਾ। ਜਦੋਂ ਤੁਹਾਨੂੰ ਇਹ ਪਤਾ ਲੱਗਿਆ ਕਿ ਯੂਕਰੇਨ ਔਰ ਰਸ਼ੀਆ ਦੀ ਲੜਾਈ ਲੱਗ ਗਈ ਔਰ ਤੁਹਾਡੀ ਬੇਟੀ ਵੀ ਉੱਥੇ ਹੈ, ਅਤੇ ਕਿਸ ਤਰ੍ਹਾਂ ਦੀ ਫੀਲਿੰਗ ਸੀ ਤੁਹਾਡੀ? ਕਿਸ ਤਰ੍ਹਾਂ ਦਾ ਮਨ ਦੇ ਵਿੱਚ ਇੱਕ ਡਰ ਸੀ, ਖੌਫ ਸੀ? ਦੇਖੋ ਡਰ ਤਾਂ ਸਰ ਬਹੁਤ ਸੀਗਾ ਕਿ ਇੰਨਾ ਪੈਸਾ ਵੀ ਲੱਗ ਚੁੱਕਿਆ ਸੀਗਾ ਅਤੇ ਬੇਟੀ ਸਾਡੀ ਇਕੱਲੀ ਹੈ, ਇੱਕ ਮੇਰਾ ਬੇਟਾ ਹੈਗਾ, ਅਤੇ ਡਰ ਤਾਂ ਬਹੁਤ ਲੱਗਿਆ। ਪਰ ਫਿਰ ਵੀ ਸਾਨੂੰ ਹੌਸਲਾ ਕਿ ਅਸੀਂ ਉਸ ਸੱਚੇ ਪਾਤਸ਼ਾਹ ਨੂੰ ਜ਼ਿਆਦਾ ਮੰਨਦੇ ਹਾਂ ਜੀ, ਗੁਰੂ ਗੋਬਿੰਦ ਸਿੰਘ ਦੇ ਸਿੰਘ ਹੈ ਅਸੀਂ, ਪਰ ਅਸੀਂ ਬਾਣੀ ਨਾਲ ਜੁੜੇ ਹੋਏ ਹਾਂ, ਇਸ ਲਈ ਅਸੀਂ ਫਿਰ ਵੀ ਆਪਣੇ ਆਪ ਨੂੰ ਮਜ਼ਬੂਤ ਕੀਤਾ ਵੀ ਚਲੋ ਕੋਈ ਗੱਲ ਨਹੀਂ ਬੇਟਾ। ਇਹਨੂੰ ਵੀ ਹੱਲਾਸ਼ੇਰੀ ਦਿੰਦੇ ਰਹੇ, ਪਰ ਇਹਨੂੰ ਕਹਿੰਦੇ ਵੀ ਰਹੇ ਵੀ ਜੇ ਜ਼ਿਆਦਾ ਮੁਸ਼ਕਿਲ ਹੈ ਤਾਂ ਟਿਕਟ, ਪਰ ਇਹਨੇ ਸਾਨੂੰ ਦੱਸਿਆ ਨਹੀਂ ਹੈਗਾ ਵੀ ਕਿੱਦਾਂ ਦੇ ਹਾਲਾਤ ਹੈ। ਇਹ ਕਹਿੰਦੀ ਜੀ ਡੈਡੀ ਠੀਕ ਹੈ, ਕੋਈ ਚੱਕਰ ਨਹੀਂ ਹੈਗਾ, ਵੀ ਤੁਸੀਂ ਕੋਈ ਫਿਕਰ ਨਹੀਂ ਕਰਨਾ ਹੈਗਾ। ਸੋ ਹੁਣ ਕਿਸ ਤਰ੍ਹਾਂ ਮਹਿਸੂਸ ਕਰਦੇ? ਹੁਣ ਮਹਿਸੂਸ ਤਾਂ ਵਧੀਆ ਕਰਦੇ ਹਾਂ, ਪਰ ਮੈਂ ਇਹ ਸੋਚਦਾ ਵੀ ਮਹਾਰਾਜ ਨੇ ਸਾਨੂੰ ਕਿਹਾ ਵੀ ਜ਼ਿਆਦਾ ਖੁਸ਼ੀ 'ਚ ਵੀ ਨਹੀਂ ਜਾਓ ਅਤੇ ਜ਼ਿਆਦਾ ਗਮੀ ਵਿੱਚ ਨਹੀਂ ਜਾਓ। ਖੁਸ਼ੀ ਮੈਨੂੰ ਹੈਗੀ ਹੈ, ਪਰ ਇੰਨੀ ਨਹੀਂ ਹੈ। ਖੁਸ਼ੀ ਮੈਨੂੰ ਉਦੋਂ ਹੋਣੀ ਜਦੋਂ ਸਾਰੇ ਇੰਡੀਆ ਦੇ ਬੱਚੇ ਨਾ ਜਿਹੜੇ ਆਪਣੇ ਆਪਣੇ ਘਰੇ ਪਹੁੰਚ ਜਾਣ, ਆਪਣੇ ਆਪਣੇ ਮਾਂ ਪਿਓ ਨੂੰ ਮਿਲਣ, ਉਸ ਟਾਈਮ ਮੈਨੂੰ ਜ਼ਿਆਦਾ ਖੁਸ਼ੀ ਹੋਊਗੀ। ਹੁਣ ਮੈਨੂੰ ਕੋਈ ਇੰਨੀ ਜ਼ਿਆਦਾ ਖੁਸ਼ੀ ਨਹੀਂ ਹੈ ਕਿ ਚਲੋ ਠੀਕ ਹੈ ਮੇਰਾ ਬੇਟਾ ਬੱਚੀ ਆ ਗਈ। ਪਰ ਮੈਂ ਇਹ ਅਪੀਲ ਕਰਦਾ ਗੌਰਮੈਂਟ ਨੂੰ ਵੀ ਉਹਨਾਂ ਦੇ ਬੱਚੇ ਵੀ ਜਿਹੜੇ ਉੱਥੇ ਰਹਿੰਦੇ ਆ ਨਾ, ਉਹਨਾਂ ਨੂੰ ਵੀ ਜਲਦੀ ਲਿਆਂਦਾ ਜਾਵੇ। ਸਰਕਾਰ ਨੇ ਸਿਮਰਨਜੀਤ ਨੂੰ ਫ੍ਰੀ ਆਫ ਕਾਸਟ ਇੱਥੇ ਲਿਆਂਦਾ, ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਜਿਵੇਂ ਬਹੁਤ ਸਾਰਾ ਸੋਸ਼ਲ ਮੀਡੀਆ 'ਤੇ ਵੀ ਆਉਂਦਾ ਕਿ ਉੱਥੇ ਬੱਚੇ ਫਸੇ ਆ, ਸਰਕਾਰ ਨੇ ਕੁਛ ਨਹੀਂ ਕੀਤਾ, ਪਰ ਜਿਵੇਂ ਸਿਮਰਨਜੀਤ ਨੇ ਆਪਣਾ ਤਜਰਬਾ ਦੱਸਿਆ ਕਿ ਮੇਰਾ ਕੋਈ ਪੈਸਾ ਨਹੀਂ ਲੱਗਿਆ, ਮੈਨੂੰ ਉੱਥੋਂ ਸਰਕਾਰ ਦੇ ਯਤਨਾਂ ਨਾਲ ਮੈਨੂੰ ਘਰ ਤੱਕ ਦਾ ਪ੍ਰਬੰਧ ਕੀਤਾ ਗਿਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਦੇਖੋ ਗੱਲਾਂ ਕਰਨੇ ਤਾਂ ਬਹੁਤ ਹੈ, ਜਦੋਂ ਲੜਾਈਆਂ ਇੱਦਾਂ ਲੱਗਦੀਆਂ ਤਾਂ ਇੱਕ ਦਮ ਸਰਕਾਰ ਨੂੰ ਵੀ ਇੰਨੇ ਤਿਆਰ ਨਹੀਂ ਹੁੰਦੇ ਆ ਵੀ ਕਿਆ ਕੀਤਾ ਜਾਵੇ, ਕਿ ਉੱਥੇ ਹਾਲਾਤ ਹੀ ਇੱਦਾਂ ਦੇ ਹੋ ਜਾਂਦੇ। ਪਰ ਫਿਰ ਵੀ ਮੈਂ ਆਪਣੀ ਗੌਰਮੈਂਟ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਇੱਥੇ ਸਾਡੇ ਘਰੇ ਪਹੁੰਚਾਇਆ, ਉਹਨਾਂ ਦਾ ਬਹੁਤ ਧੰਨਵਾਦ। ਸੋ ਸਾਡੇ ਨਾਲ ਸਿਮਰਨਜੀਤ ਕੌਰ ਦੇ ਮਾਤਾ ਵੀ ਮੌਜੂਦ ਹੈ, ਸੋ ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ। ਸੋ ਕਿਸ ਤਰ੍ਹਾਂ ਜੀ ਤੁਹਾਡੀ ਬੇਟੀ ਘਰ ਪਹੁੰਚ ਗਈ ਸੁੱਖੀ ਸੰਦੀ, ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਆ ਕਿ ਜਦੋਂ ਇਹ ਘਰ ਆਈ ਹੈ ਜਾਂ ਤੁਹਾਨੂੰ ਪਤਾ ਲੱਗਿਆ ਕਿ ਉਹ ਏਅਰਪੋਰਟ 'ਤੇ ਪਹੁੰਚ ਗਈ, ਕਿਸ ਤਰ੍ਹਾਂ ਮਹਿਸੂਸ ਕੀਤਾ ਤੁਸੀਂ? ਮਹਿਸੂਸ ਤਾਂ ਬਹੁਤ ਚੰਗਾ ਲੱਗਿਆ। ਉਦੋਂ ਆਏ ਸੁਣਿਆ ਸੀ ਫਲਾਈਟ ਹੋ ਗਈ ਬੱਚਿਆਂ ਦੀ, ਅਤੇ ਅੱਛਾ ਲੱਗਾ, ਥੋੜ੍ਹੇ ਮਨ ਨੂੰ ਟਿਕਾ ਆਇਆ। ਪਰ ਫਿਰ ਵੀ ਮਨ ਵਿੱਚ ਡਰ ਸੀਗਾ ਵੀ ਬੱਚੇ ਸਾਡੇ ਇੰਨੇ ਦੂਰ ਗਏ ਅਤੇ ਇਹਨਾਂ ਦਾ ਭਵਿੱਖ ਫਿਰ ਵੀ ਖਤਰੇ ਵਿੱਚ ਹੈ, ਲਾਈਫ ਇਹਨਾਂ ਦੀ ਹੈ, ਅਤੇ ਪੜ੍ਹਾਈ ਦਾ ਕੀ ਬਣੂਗਾ। ਬਹੁਤ ਤਰ੍ਹਾਂ ਦੇ ਦਿਮਾਗ ਵਿੱਚ ਕੁਐਸਚਨ ਆਉਂਦੇ ਸੀਗੇ। ਪਰ ਫਿਰ ਵੀ ਹੁਣ ਸਰਕਾਰ ਤੋਂ ਇਹ ਅਪੀਲ ਕਰਦੇ ਹਾਂ ਕਿ ਸਾਡੇ ਬੱਚਿਆਂ ਦਾ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ, ਇਹਨਾਂ ਨੂੰ ਡਿਗਰੀ ਵਗੈਰਾ ਮਿਲਦੀ ਜਾਵੇ, ਅਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ, ਇਹਨਾਂ ਨੂੰ ਘਰ ਪਹੁੰਚਾਉਣ ਜੋਗਾ। ਸੋ ਅਜੀਤ ਵੈਬ ਟੀਵੀ ਵੱਲੋਂ ਸਿਮਰਨਜੀਤ ਦੀ ਇਹ ਵਿਸ਼ੇਸ਼ ਕਹਾਣੀ ਜਿਹੜੀ ਸੀਗੀ ਕਿ ਕਿਸ ਤਰ੍ਹਾਂ ਬੜੇ ਔਖੇ ਹਾਲਾਤਾਂ ਵਿੱਚੋਂ ਇੱਥੇ ਪਹੁੰਚੀ ਹੈ ਔਰ ਮਾਪਿਆਂ ਦੀ ਜਿਹੜੀ ਚਿੰਤਾ ਸੀ ਉਹ ਖਤਮ ਹੋਈ ਹੈ। ਪਰ ਬੇਸ਼ੱਕ ਇਸ ਪਰਿਵਾਰ ਦੇ ਮਾਪਿਆਂ ਦੀ ਚਿੰਤਾ ਜ਼ਰੂਰ ਖਤਮ ਹੋਈ ਹੋਏਗੀ, ਪਰ ਹਜੇ ਵੀ ਸਾਡੇ ਬਹੁਤ ਸਾਰੇ ਬੱਚੀਆਂ ਜਿਹੜੀਆਂ ਉਹ ਯੂਕਰੇਨ ਦੇ ਵਿੱਚ ਫਸੇ ਹੋਏ ਆ। ਸੋ ਉਹਨਾਂ ਦੇ ਪੇਰੈਂਟਸ ਦੀ ਜਿਹੜੀ ਚਿੰਤਾ ਉਹ ਕਦੋਂ ਖਤਮ ਹੋਏਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਸੋ ਅਜੀਤ ਵੈਬ ਟੀਵੀ ਵੱਲੋਂ ਪੂਰੇ ਪਰਿਵਾਰ ਦਾ ਸਿਮਰਨਜੀਤ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ।
ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ